Good morning students. Today I will discuss with you a new topic, accounting as a source of information. Accounting as a source of information means users of accounting information. We know that after preparing various financial accounts or books of accounts, their proper dissemination is also an important ਫੰਕਸ਼ਨ ਮੀਨਸ ਕੀ ਹੈ, ਜਦੋਂ ਆਪਾਂ ਫਾਈਨੈਂਸ਼ੀਅਲ ਸਟੇਟਮੈਂਟਸ ਪ੍ਰੀਪੇਅਰ ਕਰ ਲੈਂਦੇ ਤਾਂ ਉਹਨਾਂ ਦੀ ਕੀ ਕਰਨਾ, ਪ੍ਰੋਪਰ ਡਿਸੈਮੀਨੇਸ਼ਨ ਕਰਨਾ। ਡਿਸੈਮੀਨੇਸ਼ਨ ਕੀ ਹੈ, ਇੰਟਰਸਟਡ ਪਾਰਟੀਜ਼ ਨੂੰ ਜੋ ਰਿਲੇਟਡ ਆਪਣੀ ਇਨਫੋਰਮੇਸ਼ਨ ਉਸ ਨੂੰ ਕੀ ਕਰਨਾ, ਡਿਸਕਲੋਜ਼ ਕਰਨਾ। Then users of accounting information. First, internal users. Internal users like management, employees, owners. External users, creditors, tax authorities. Tax authorities like income tax department. Investors, customers, regulatory authorities like SEBI, taxstras. Then it means ਕੀ ਹੈ ਵੀ ਕਿਹਨਾਂ ਨੂੰ ਆਪਣੀ ਅਕਾਊਂਟਿੰਗ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ, ਤਾਂ ਮੈਨੇਜਮੈਂਟ ਨੂੰ ਚਾਹੀਦੀ ਹੈ। ਇਨਵੈਸਟਰਸ ਕਿਉਂ ਨੇ, ਜਿਨ੍ਹਾਂ ਨੇ ਆਪਣੇ ਫਰਮ ਦੇ ਵਿੱਚ ਪੈਸਾ ਇਨਵੈਸਟ ਕਰਨਾ। ਇੰਪਲੋਇਜ਼ ਨੂੰ, ਓਨਰਸ ਨੂੰ, ਟੈਕਸ ਅਥੋਰਿਟੀਜ਼ ਨੂੰ, ਉਹਨਾਂ ਨੇ ਕੀ ਕਰਨਾ, ਅਕਾਊਂਟਿੰਗ ਇਨਫੋਰਮੇਸ਼ਨ ਦੇ ਬੇਸਿਸ 'ਤੇ ਟੈਕਸ ਅਸੈਸ ਕਰਨਾ। ਦੈਨ ਆਪਣੇ ਕਸਟਮਰਸ ਹੋ ਗਏ, ਤਾਂ ਇਹ ਸਾਰੀਆਂ ਕਿਨੇ ਇੰਟਰਸਟਡ ਪਾਰਟੀਜ਼ ਨੇ ਜੋ ਕਿਨੇ ਯੂਜ਼ਰਸ ਨੇ ਅਕਾਊਂਟਿੰਗ ਇਨਫੋਰਮੇਸ਼ਨ ਦੀਆਂ। Then next topic is basic accounting terminologies. First, capital. Capital means any amount in cash or in asset invested by the owner for starting the business. It is called capital. In accounting sense, it is the excess of assets over liabilities. It is capital. So capital is the liability of the business as the amount. We know that capital is equal to assets minus liabilities. ਮੀਨਸ ਕੀ ਹੈ, ਕੈਪੀਟਲ ਦਾ ਮੀਨਸ ਕੀ ਹੈ ਵੀ ਜੋ ਆਪਾਂ ਇਨਵੈਸਟ ਕਰਦੇ ਹਾਂ ਬਿਜ਼ਨਸ ਦੇ ਵਿੱਚ, ਜੋ ਪੈਸਾ ਲਗਾ ਕੇ ਆਪਾਂ ਸਟਾਰਟ ਕਰਦੇ ਹਾਂ ਬਿਜ਼ਨਸ ਫਰਮ ਨੂੰ, ਉਸਨੂੰ ਆਪਾਂ ਕੀ ਕਹਿ ਸਕਦੇ ਹਾਂ, ਕੈਪੀਟਲ ਕਹਿ ਸਕਦੇ ਹਾਂ। ਤਾਂ ਕੈਪੀਟਲ ਆਪਣਾ ਕੀ ਹੁੰਦਾ, ਇੱਕ ਲਾਇਬਿਲਿਟੀ ਹੁੰਦੀ ਹੈ। ਤਾਂ ਜੇ ਆਪਾਂ ਗੱਲ ਕਰੀਏ ਕੈਪੀਟਲ ਦੀ, ਤਾਂ ਐਸਟਸ ਮਾਈਨਸ ਲਾਇਬਿਲਿਟੀਜ਼ ਕੀ ਹੁੰਦੇ ਨੇ, ਆਪਣੇ ਖਰਚੇ। ਜੇ ਆਪਾਂ ਗੱਲ ਕਰੀਏ, ਆਪਾਂ ਨੇ 1 ਲੱਖ ਰੁਪਏ ਦੀ ਕੋਈ ਐਸਟ ਲਗਾਈ ਹੈ, ਉਹਦੇ ਵਿੱਚ ਆਪਾਂ ਨੇ ਕੀ ਕਰਨਾ, ਸਪੋਜ਼ ਕਰੋ 50,000 ਦਾ ਕਿਸੇ ਤੋਂ ਲੋਨ ਲੈ ਕੇ ਲਗਾਇਆ, ਤਾਂ ਉਹ ਕੀ ਹੈ, ਆਪਾਂ 1 ਲੱਖ ਦਾ ਐਸਟ ਲਗਾ ਲਿਆ, ਉਹ ਆਪਣਾ ਐਸਟ ਹੈ, ਸੰਪੱਤੀ ਹੈ। ਪਰ ਆਪਾਂ ਇਹ ਵੀ ਤਾਂ ਦੇਖੋ, ਆਪਾਂ ਕਿਸੇ ਤੋਂ ਬੋਰੋ ਕਰਕੇ ਲਗਾਇਆ, ਉਹ ਤਾਂ ਉਹ ਲਾਇਬਿਲਿਟੀ ਵੀ ਹੈ। ਤਾਂ ਆਪਣੀ ਕੈਪੀਟਲ ਸਿਰਫ ਕਿੰਨੇ ਦੀ ਹੈ, 50,000 ਦੀ ਹੈ। ਤਾਂ ਜੋ ਅਮਾਊਂਟ ਆਪਾਂ ਕੀ ਕਰਦੇ ਹਾਂ, ਬਿਜ਼ਨਸ ਦੇ ਵਿੱਚ ਇਨਵੈਸਟ ਕਰਦੇ ਹਾਂ, ਤਾਂ ਆਪਾਂ ਉਹਨੂੰ ਕੀ ਕਹਿ ਸਕਦੇ ਹਾਂ, ਕੈਪੀਟਲ ਕਹਿ ਸਕਦੇ ਹਾਂ। ਸਿੰਪਲ ਐਂਟਰੀ ਕੀ ਹੋ ਸਕਦੀ ਹੈ ਇਸ ਦੀ, ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ। ਦੈਨ ਡਰਾਇੰਗਸ ਮੀਨਸ ਕੀ ਹੈ, ਆਊਟ ਆਫ ਦੈਟ ਕੈਪੀਟਲ ਵੈਨ ਵੀ ਡਰੋ ਸਮਥਿੰਗ ਦੈਨ ਇਟ ਇਜ਼ ਡਰਾਇੰਗ। ਮੀਨਸ ਕੀ ਹੈ, ਜੋ 1 ਲੱਖ ਰੁਪੀਜ਼ ਲਗਾਇਆ, ਸਪੋਜ਼ ਕਰੋ ਉਹਦੇ ਵਿੱਚ ਆਪਾਂ 1000 ਰੁਪਏ ਆਪਣੇ ਬਿਜ਼ਨਸ ਪਰਪਸ ਲਈ ਡਰੋ ਕਰਵਾ ਲਏ, ਕਢਵਾ ਲਏ, ਜਾਂ ਆਪਾਂ ਨੇ ਕੋਈ ਪਰਸਨਲ ਐਕਸਪੈਂਸਿਸ ਦੇ ਲਈ, ਤਾਂ ਇਹ ਆਪਣੇ ਕੀ ਨੇ, ਡਰਾਇੰਗਸ ਨੇ। So any goods or amount withdrawn by the proprietor from the business for his personal use is called drawing. ਜਦੋਂ ਆਪਾਂ ਪਰਸਨਲ ਯੂਜ਼ ਲਈ ਕਢਵਾ ਲਏ ਤਾਂ ਕੀ ਹੈ, ਡਰਾਇੰਗ ਨੇ। ਬਟ ਦੇਖੋ ਹੁਣ ਆਪਾਂ ਇਹ ਨਹੀਂ ਵੀ ਉਹਨੂੰ ਸਿਰਫ ਪਰਸਨਲ ਯੂਜ਼ ਲਈ ਕਢਵਾ ਸਕਦੇ ਹਾਂ, ਆਪਾਂ ਬਿਜ਼ਨਸ ਯੂਜ਼ ਲਈ ਵੀ ਕਢਵਾ ਸਕਦੇ ਹਾਂ। ਆਪਾਂ ਗੱਲ ਕਰ ਚੁੱਕੇ ਨਾ ਵੀ ਬਿਜ਼ਨਸ ਪਰਪਸ ਲਈ ਕਢਵਾਇਆ ਜਾਂ ਪਰਸਨਲ ਨਹੀਂ ਕਢਵਾਇਆ। ਬਟ ਡਰਾਇੰਗ ਉਦੋਂ ਹੀ ਹੋਣਗੇ ਜਦੋਂ ਉਸਨੂੰ ਪਰਸਨਲ ਯੂਜ਼ ਲਈ ਡਰੋ ਕੀਤਾ ਹੈਗਾ। ਜੇ ਆਪਾਂ ਬਿਜ਼ਨਸ ਪਰਪਸ ਲਈ, ਫਿਰ ਆਪਾਂ ਉਸਨੂੰ ਡਰਾਇੰਗ ਨਹੀਂ ਕਹਿ ਸਕਦੇ। ਦੈਨ ਡੈਟਰਸ ਕੌਣ ਹੁੰਦੇ ਨੇ, ਉਹ ਪਰਸਨ ਜਿਹਨੇ ਮਨੀ ਪੇ ਕੀਤੀ ਹੈ ਬਿਜ਼ਨਸ ਨੂੰ, ਤਾਂ ਉਹ ਕਿੰਨੇ, ਡੈਟਰਸ ਨੇ। ਜਾਂ ਕ੍ਰੈਡੀਟਰਸ ਕੌਣ ਹੋਣਗੇ, ਪਰਸਨ ਟੂ ਹੋਮ ਮਨੀ ਇਜ਼ ਪੇਬਲ ਫॉर ਗੁੱਡਸ ਐਂਡ ਸਰਵਿਸਿਜ਼। ਜਿਹਨੂੰ ਆਪਾਂ ਮਨੀ ਪੇਬਲ ਕਰ ਰਹੇ ਹਾਂ, ਤਾਂ ਉਹ ਪਰਸਨ ਜਿਹੜਾ ਬਿਜ਼ਨਸ ਦੇ ਵਿੱਚ ਕੀ ਕਰ ਰਿਹਾ, ਮਨੀ ਨੂੰ ਓਨਸ ਕਰ ਰਿਹਾ, ਤਾਂ ਇਹ ਡੈਟਰ ਅਤੇ ਇੱਕ ਕ੍ਰੈਡੀਟਰ ਹੈ। ਦੈਨ ਬਿਜ਼ਨਸ ਟ੍ਰਾਂਜੈਕਸ਼ਨਸ ਕਿਹੜੀਆਂ ਹੋ ਗਈਆਂ, ਲਾਈਕ ਬਾਇੰਗ, ਸੈਲਿੰਗ, ਕੈਸ਼, P&L, ਇਹ ਸਾਰੀਆਂ ਕੀ ਹੋ ਗਈਆਂ, ਇੱਕ ਐਂਟਰੀਜ਼ ਹੋ ਗਈਆਂ ਆਪਣੇ ਜਨਰਲ। ਗੁੱਡਸ ਕੀ ਹੁੰਦੀਆਂ ਨੇਗੀਆਂ, ਆਰਟੀਕਲਸ ਇਨ ਵਿਚ ਦਾ ਬਿਜ਼ਨਸ ਡੀਲਸ। ਥੀਸ ਗੁੱਡਸ ਆਰ ਸੋਲਡ ਐਂਡ ਪਰਚੇਜ਼ਡ ਵਿਦ ਵਿਊ ਟੂ ਅਰਨ profit. Then purchases means something buying, then sale means something selling. Then sales return, purchase return. When we return something, then it is purchase return. When something return, some person return to us, then it is sales return. Means ਕਿ ਆਪਾਂ ਪਰਚੇਜ਼ ਕੀਤਾ ਸੀ, ਬਟ ਆਪਾਂ ਕੁਛ ਕੀ ਕਰਿਆ, 500 ਰੁਪੀਜ਼ ਦੀਆਂ ਕੁਛ ਸੇ ਪਰਚੇਜ਼ ਕੀਤੀ ਸੀ, ਬਟ ਆਪਾਂ ਨੇ ਕੀ ਕੀਤੀਆਂ, 200 ਦੀਆਂ ਸੇਲ ਰਿਟਰਨ ਕਰਤੇ, ਤਾਂ ਉਹ ਕੀ ਆਪਣੀ ਪਰਚੇਜ਼ ਰਿਟਰਨ ਹੈ। ਸੇਮ ਸੈਲਿੰਗ ਦੇ ਵਿੱਚ ਆਪਾਂ ਨੇ ਕਿਸੇ ਨੂੰ ਸੇਲ ਕੀਤਾ, ਬਟ ਉਹਨਾਂ ਦੇ ਵਿੱਚੋਂ ਕੁਛ ਰਿਟਰਨ ਆ ਗਿਆ, ਤਾਂ ਆਪਣੇ ਕੀ ਨੇ, ਉਹ ਸੇਲ ਰਿਟਰਨ। ਤਾਂ ਲਾਇਬਿਲਿਟੀਜ਼ ਕੀ ਹੁੰਦੇ ਨੇ, ਆਪਣੇ ਐਕਸਪੈਂਸਿਸ ਹੁੰਦੇ ਨੇ। ਮੈਂ ਕਿਹਾ ਸੀ ਵੀ ਕਿਤੋਂ ਤੁਸੀਂ ਲੋਨ ਲਿਆ, ਕੋਈ ਬਿਲਸ ਪੇਬਲ ਪਏ ਨੇ, ਕੋਈ ਕ੍ਰੈਡੀਟਰਸ ਪਏ, ਤਾਂ ਤੁਹਾਡੀਆਂ ਕੀ ਨੇ, ਸਾਰੀਆਂ ਲਾਇਬਿਲਿਟੀਜ਼ ਨੇ। ਇੱਕ ਹੁੰਦੇ ਨੇ ਫਿਕਸਡ, ਕਰੰਟ ਅਤੇ ਕੰਟੀਨੈਂਟ। ਫਿਕਸਡ ਕਿਹੜੇ ਹੁੰਦੇ ਨੇ, ਗੱਲ ਓਵਰ ਏ ਲੌਂਗ ਪੀਰੀਅਡ ਆਫ ਟਾਈਮ। ਕਰੰਟ ਡੇ ਟੂ ਡੇ, ਬਟ ਕੰਟੀਨੈਂਟ ਮੀਨਸ ਐਮਰਜੈਂਸੀ ਲਾਇਬਿਲਿਟੀਜ਼ ਜੋ ਐਟ ਅ ਟਾਈਮ ਅਰਾਈਜ਼ ਹੋ ਜਾਂਦੀਆਂ ਨੇ।
ਦੈਨ ਐਸਟਸ ਵੀ ਸੇਮ ਫਿਕਸਡ ਲਾਈਕ ਪਲਾਂਟ ਮਸ਼ੀਨਰੀ ਫਰਨੀਚਰ ਬਿਲਡਿੰਗ ਫਿਕਸਡ ਐਸਟਸ ਨੇ। ਕਰੰਟ ਐਸਟਸ ਡੇ ਟੂ ਡੇ ਲਾਈਕ ਸਟਾਕ ਡੈਟਸ ਟੂ ਵਿਚ ਵੀ ਕੈਨ ਕਨਵਰਟ ਇਨਟੂ ਕੈਸ਼ ਐਟ ਐਨੀ ਟਾਈਮ, ਜਿਹਨਾਂ ਆਪਾਂ ਕਿਸੇ ਵੀ ਟਾਈਮ ਕੈਸ਼ ਦੇ ਵਿੱਚ ਕਨਵਰਟ ਕਰ ਸਕਦੇ ਆਪਣੇ ਕਿਹੜੇ ਐਸਟਸ ਨੇ ਕਰੰਟ ਐਸਟਸ। ਫਿਕਟੀਸ਼ੀਅਸ ਐਸਟਸ ਕਿਹੜੇ ਹੁੰਦੇ ਨੇਗੇ ਇਨਟੈਂਜੀਬਲ ਨੇਚਰ ਮੀਨਸ ਦੇ ਡੋਂਟ ਹੈਵ ਐਨੀ ਫਿਜ਼ੀਕਲ ਫਾਰਮ ਆਫ ਐਗਜ਼ਿਸਟੈਂਸ ਲਾਈਕ profit and loss account, deferred revenue expenditure. So what do you mean by deferred revenue expenditure? Deferred revenue expenditures are those expenditures which are incurred in advance to start a business, like promotion of a company, incorporation of a company, preliminary expenses. These are all deferred revenue expenditure ਜੋ ਇੱਕ ਬਿਜ਼ਨਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਲੱਗਦੇ ਨੇ, ਜਿਵੇਂ ਪ੍ਰੀਲੀਮਿਨਰੀ ਐਕਸਪੈਂਸਿਸ ਹੋ ਗਏ ਵੀ ਆਪਾਂ ਫਰਮ ਸਟਾਰਟ ਨਹੀਂ ਕੀਤੀ ਉਸ ਤੋਂ ਪਹਿਲਾਂ ਦੇ ਖਰਚੇ, ਤਾਂ ਉਹ ਕਿਹੜੇ ਖਰਚੇ ਨੇ ਆਪਣੇ ਡੈਫਰਡ ਰੈਵਨਿਊ ਐਕਸਪੈਂਡੀਚਰ। then profit, gross profit, net profit. Gross profit difference between sales and cost of goods sold, but net profit after all adjustments, then it is net profit. Stock intangible assets, voucher ਕੀ ਹੁੰਦੇ ਨੇ ਇੱਕ ਰਿਟਨ ਐਵੀਡੈਂਸ, ਆਪਾਂ ਕੁਝ ਬਾਇੰਗ ਸੈਲਿੰਗ ਤੇ ਪ੍ਰੋਪਰ ਵਾਊਚਰਸ ਹੋਣ। ਡਿਸਕਾਊਂਟ ਇੱਕ ਟ੍ਰੇਡ ਡਿਸਕਾਊਂਟ ਇੱਕ ਕੈਸ਼ ਡਿਸਕਾਊਂਟ। ਟ੍ਰੇਡ ਡਿਸਕਾਊਂਟ ਜੋ ਆਪਾਂ ਮੈਨੂਫੈਕਚਰਿੰਗ ਟਾਈਮ ਦੇ ਰਹੇ ਹਾਂ ਕਿਸੇ ਨੂੰ, ਕੈਸ਼ ਡਿਸਕਾਊਂਟ ਜੋ ਸੇਲ ਟਾਈਮ ਦੇ ਰਹੇ ਹਾਂ। ਦੈਨ ਡੈਪਰੀਸੀਏਸ਼ਨ ਕੀ ਹੁੰਦੀ ਹੈ ਵੀਅਰ ਐਂਡ ਟੀਅਰ ਆਪਣੀ ਐਸਟਸ ਦੇ ਵਿੱਚ। ਬੈਡ ਡੈਟਸ ਕਿਹੜੇ ਹੋ ਗਏ ਜਿਹੜੇ ਆਪਾਂ ਕਿਸੇ ਤੋਂ ਅਮਾਊਂਟ ਲੈਣੀ ਸੀ ਬਟ ਹੁਣ ਉਹ ਕੀ ਹੋ ਗਏ ਬੈਡ ਡੈਟ ਹੋ ਗਿਆ, ਆਪਾਂ ਨੂੰ ਉਮੀਦ ਹੈ ਵੀ ਉਹ ਰਿਕਵਰ ਅਪ ਨਹੀਂ ਹੋ ਸਕਦੇ ਹੁਣ ਕਦੇ ਵੀ, ਤਾਂ ਉਹ ਕੀ ਨੇ ਆਪਣੇ ਬੈਡ ਡੈਟ ਨੇ ਵੀ ਪੈਸੇ ਦਾ ਕੀ ਹੋ ਜਾਣਾ ਡੁੱਬ ਜਾਣਾ, ਉਹ ਬੈਡ ਡੈਟ ਹੈ। ਦੈਨ ਪ੍ਰੋਪਰਾਈਟਰ ਕੌਣ ਹੁੰਦਾ ਓਨਰ ਆਫ ਦਾ ਬਿਜ਼ਨਸ। ਦੈਨ ਡੈਬਿਟ ਕ੍ਰੈਡਿਟ, ਵੀ ਨੋ ਦੈਟ ਲੈਫਟ ਸਾਈਡ ਆਫ ਐਨ ਅਕਾਊਂਟ ਇਜ਼ ਯੂਜ਼ੁਅਲੀ ਡੈਬਿਟ ਬੈਲੈਂਸ, ਰਾਈਟ ਸਾਈਡ ਇਜ਼ called credit balance. So we have discussed about all these terminologies of accounting. Trade receivables, receivables due from debtor, payables any amount due to creditor जो अपन ने कुछ पे करना है। then balance sheet पता है financial position है। so next class ਦੇ ਵਿੱਚ ਆਪਾਂ ਕਰਾਂਗੇ types of accounts। thanks।